हर एक बंदे की अपनी एक शख्सियत है और समाज के अंदर तुहाडा व्यवहार, परिवार के अंदर तुहाडा व्यवहार कैसा है, ये बहुता तुहाडी शख्सियत पर डिपेंड करता है। शख्सियत बनती है तुहाडे सुभाव तो, तुहाडे अंदर गुण अवगुण जिहड़े ने उन्हां तो। शख्सियत के अंदर गुण भी आउंदे ने, अवगुण भी आउंदे ने। गुण अवगुण तुहाडे लक्षण जिहड़े ने वो तुहाडी शख्सियत नूं मिल के बनांदे ने, ते जिहड़ी तुहाडी शख्सियत है ਉਹਦੇ मुताबिक तुसी समाज के अंदर, संसार के अंदर आंके जाते हो, नापे जाते हो और उही शख्सियत जिहड़ी है ਉਹਦੇ मुताबिक तुसी कर्म करते हो, ਉਹਦੇ मुताबिक ही तुसी व्यवहार करते हो। जैसे कोई अमीर व्यक्ति है, ਉਹਦੇ व्यवहार तो, ਉਹਦੇ ਲੱਛਣਾਂ ਤੋਂ, ਉਹਦੇ ਉੱਠਣ ਬੈਠਣ ਦੇ ਢੰਗ ਤੋਂ, ਉਹਦੀ ਬੋਲ ਚਾਲ ਤੋਂ ਆਪਾਂ ਆਸਾਨੀ ਨਾਲ ਸਮਝ ਲੈਂਦੇ ਹਾਂ ਕਿ ਇਹ ਬੰਦਾ ਅਮੀਰ ਹੈ। ਉਹਦਾ ਵਿਵਹਾਰ ਦੇਖ ਕੇ ਸਮਝ ਗਿਆ। ਸਾਨੂੰ ਨਹੀਂ ਪਤਾ ਉਹਦਾ ਬੈਂਕ ਬੈਲੈਂਸ ਕੀ ਹੈ, ਪਰ ਉਹਦਾ ਵਿਵਹਾਰ ਦੱਸ ਦਿੰਦਾ ਕਿ ਅਮੀਰ ਵਿਅਕਤੀ ਹੈ। ਕੋਈ ਗਰੀਬ ਵਿਅਕਤੀ ਹੈ, कंगला व्यक्ति है, ਉਹਦਾ आचार व्यवहार, ਉਹਦਾ उठना बैठना भी दस दिंदा है कि बंदा मुफलिस है, गरीब है। ज्ञानी बंदे दे मत्थे ते नहीं लिखिया हुंदा भी ये ज्ञानी है, अज्ञानी बंदे दे मत्थे ते नहीं लिखिया हुंदा अज्ञानी है। आचार व्यवहार, उठना बैठना, ਉਹਦੇ ਲੱਛਣ, खास करके ਲੱਛਣ ਜਿਹੜੇ ਨੇ ਉਹ ਪ੍ਰਗਟ ਕਰ ਦਿੰਦੇ ਨੇ ਇਹ ਬੰਦਾ ਗਿਆਨੀ ਹੈ। ਅਗਿਆਨੀ ਦੇ ਜਿਹੜੇ ਲੱਛਣ ਨੇ ਉਹ ਪ੍ਰਗਟ ਕਰ ਦਿੰਦੇ ਨੇ ਇਹ ਅਗਿਆਨੀ ਹੈ। ਲੱਛਣ ਜਿਹੜੇ ਨੇ ਉਹ ਦੱਸ ਦਿੰਦੇ ਨੇ ਬੰਦੇ ਦੇ ਬਾਬਤ, ਬੰਦੇ ਦੀ ਸ਼ਖਸੀਅਤ ਦੇ ਬਾਬਤ। ਹੁਣ ਜਿਹੜੇ ਲੱਛਣ ਨੇ ਪਿਆਰਿਓ ਇਹ ਤੁਹਾਨੂੰ ਆਮ ਬਣਾ ਦਿੰਦੇ ਨੇ, ਲੱਛਣ ਜਿਹੜੇ ਨੇ ਤੁਹਾਨੂੰ ਖਾਸ ਵੀ ਬਣਾ ਦਿੰਦੇ ਨੇ। ਇਹ ਲੱਛਣ ਜਿਹੜੇ ਨੇ ਤੁਹਾਡੀ ਸ਼ਖਸੀਅਤ ਦੇ ਅੰਦਰ ਚਾਰ ਚੰਨ ਲਾ ਦਿੰਦੇ ਨੇ, ਤੇ ਇਹ ਲੱਛਣ ਜਿਹੜੇ ਨੇ ਤੁਹਾਡੀ ਸ਼ਖਸੀਅਤ ਨੂੰ ਖਤਮ ਵੀ ਕਰ ਦਿੰਦੇ ਨੇ। ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 6 ਲੱਛਣਾਂ ਦਾ ਜ਼ਿਕਰ ਕੀਤਾ ਹੈ। ਅਗਰ ਤੁਸੀਂ ਆਪਣੀ ਸ਼ਖਸੀਅਤ ਨੂੰ ਉਸਾਰੂ ਬਣਾਉਣਾ ਚਾਹੁੰਦੇ ਹੋ, अगर तुसी अपनी शख्सियत नूं घड़ना चाहते हो, अगर तुसी आले दर्जे की शख्सियत के मालक बनना चाहते हो, तो महाराज गुरु अर्जन सच्चे पातशाह जी ने 6 लक्षणों का जिक्र किया है। जेकर आपां उन्हां 6 लक्षणों नूं अपने जीवन च जगह दे देंदे हां ते आले दर्जे की शख्सियत के मालक बन सकते हैं। हलत भी ते पलत भी दोनों थावां ते भला हो सकता है। इस तो पहला कि मैं उन्हां 6 लक्षणों का जिक्र तुहाडे नाल करां जो महाराज जी कृपा करके सानू समझा रहे हैं। एक छोटी जी घटना, छोटी जी कहानी है। गुलस्तां बोस्तां दे अंदर शेख शादी जी ने उसका जिक्र किया है। कहते एक व्यक्ति शाम नूं अपने घर पहुँचता है, बजुर्ग व्यक्ति है। घर का बूहा खड़कांदा है, दरवाजा खुलता है ते उहदी नौजवान बेटी जिहड़ी है वो दरवाजा खोलती है। बेटी का ध्यान, बेटी की नज़र अपने बजुर्ग बापू के पैरों वाल जाती है ते एक पैर जिहड़ा है वो लहू लवान होया है। बच्ची देख के घबरा जाती है ते पुछदी है, पिता जी ये आ पैर ते क्यों है लहू लवान? अगों पिता कहता भी पुत्र एक
ਤੇਜ਼ ਦੰਦਾਂ ਵਾਲੇ ਕੁੱਤੇ ਨੇ ਕੱਟ ਖਾਧਾ ਹੈ। ਹੁਣ ਬੱਚੀ ਜਿਹੜੀ ਉਹ ਰੌ ਨਾਲ ਭਰ ਜਾਂਦੀ ਹੈ, ਕਹਿੰਦੀ ਪਿਤਾ ਜੀ ਇਹ ਤੇ ਸਮਝ ਪੈ ਗਈ ਕਿ ਤੁਹਾਨੂੰ ਨੇ ਕੱਟ ਖਾਧਾ ਹੈ, ਉਹਦੇ ਦੰਦ ਬੜੇ ਤਿੱਖੇ ਸਨ, ਕਿ ਤੁਹਾਡੇ ਕੋਲ ਦੰਦ ਨਹੀਂ ਸਨ? ਤੁਹਾਡੇ ਕੋਲ ਵੀ ਤੇ ਦੰਦ ਸਨ, ਤੁਸੀਂ ਵੀ ਉਹਨੂੰ ਕੱਟ ਖਾਣਾ ਸੀ। ਹੁਣ ਅੱਗਿਓਂ ਉਹ ਜਵਾਬ ਦਿੰਦਾ ਹੈ, ਕਹਿੰਦਾ ਪੁੱਤਰ ਦੰਦ ਤੇ ਮੇਰੇ ਕੋਲ ਵੀ ਹੈਗੇ ਨੇ, ਪਰ ਮੈਂ ਕੁੱਤਾ ਨਹੀਂ ਹਾਂ, ਮੈਂ ਇਨਸਾਨ ਹਾਂ। ਹੁਣ ਕੁੱਤੇ ਦੇ ਲੱਛਣ ਜਿਹੜੇ ਨੇ, ਜਾਨਵਰ ਦੇ ਲੱਛਣ ਜਿਹੜੇ ਨੇ, ਉਹ ਜਾਨਵਰ ਨੂੰ ਜਾਨਵਰ ਬਣਾ ਦਿੰਦੇ ਨੇ, ਤੇ ਬੰਦੇ ਦੇ ਜਿਹੜੇ ਲੱਛਣ ਨੇ ਉਹ ਬੰਦੇ ਨੂੰ ਬੰਦਾ ਬਣਾ ਦਿੰਦੇ ਨੇ। ਜਾਨਵਰਾਂ ਦੇ ਲੱਛਣ ਜਿਹੜੇ ਨੇ ਉਹ ਜਾਨਵਰਾਂ 'ਚ ਹੀ ਲੱਭਦੇ ਨੇ, ਉਹੀ ਲੱਛਣ ਜਿਹੜੇ ਨੇ ਉਹ ਜਾਨਵਰ ਬਣਾ ਦਿੰਦੇ ਨੇ। ਤੇ ਕਈ ਵਾਰਾਂ ਪਿਆਰਿਓ ਐਸਾ ਹੋ ਜਾਂਦਾ ਹੈ ਕਿ ਜਿਹੜੇ ਜਾਨਵਰਾਂ ਦੇ ਲੱਛਣ ਨੇ ਉਹ ਬੰਦਿਆਂ 'ਚ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ, ਤੇ ਜਦੋਂ ਬੰਦਿਆਂ 'ਚ ਦਿਸਦੇ ਨੇ ਤੇ ਫਿਰ ਪਿਆਰਿਓ ਲੱਛਣ ਬੰਦੇ ਨੂੰ ਜਾਨਵਰ ਬਣਾ ਦਿੰਦੇ ਨੇ। ਉਹ ਲੱਛਣ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੇ, ਜਾਨਵਰ ਬਣਾ ਦਿੰਦੇ ਨੇ। ਮਹਾਰਾਜ ਦੇ ਬਚਨ ਤੁਸੀਂ ਪੜ੍ਹਦੇ ਹੋ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਹਾਰਾਜ ਕਹਿੰਦੇ ਇਹਦੇ ਲੱਛਣ ਤੇ ਪਸ਼ੂਆਂ ਵਾਲੇ ਨੇ, ਕਹਿਣ ਨੂੰ ਇਨਸਾਨ ਹੈ, ਕਹਿਣ ਨੂੰ ਬੰਦਾ ਹੈ। ਗੁਰਮੰਤਰ ਹੀ ਨਸੈ ਜੋ ਪ੍ਰਾਣੀ, ਤ੍ਰਿਗੰਤ ਜੋਨ ਭ੍ਰਸ਼ਟਨੈ, ਕੂਕਰੈ ਸੁਕਰੈ ਗਰਦਵੈ ਕਾਕੈ ਸਰਪਣੈ ਤੁਲ ਖਲਹਿ। ਹੁਣ ਲੱਛਣ ਜਿਹੜੇ ਨੇ, ਜੇਕਰ ਕੁੱਕਰ ਵਾਲੇ ਨੇ ਤੇ ਬੰਦਾ ਬੰਦਾ ਨਹੀਂ ਰਹਿੰਦਾ, ਕੁੱਕਰ ਬਣ ਜਾਂਦਾ ਹੈ। ਲੱਛਣ ਜਿਹੜੇ ਨੇ ਉਹ ਸੱਪ ਵਾਲੇ ਨੇ, ਮਹਾਰਾਜ ਕਹਿੰਦੇ ਬੰਦਾ ਬੰਦਾ ਨਹੀਂ ਰਹਿੰਦਾ, ਸੱਪ ਬਣ ਗਿਆ। ਲੱਛਣ ਮਹਾਰਾਜ ਕਹਿੰਦੇ ਗਧਿਆਂ ਵਾਲੇ ਨੇ ਤੇ ਬੰਦਾ ਬੰਦਾ ਨਹੀਂ ਰਹਿੰਦਾ, ਉਹ ਲੱਛਣ ਬੰਦੇ ਨੂੰ ਗਧਾ ਬਣਾ ਦਿੰਦੇ ਨੇ, ਜਾਨਵਰ ਬਣਾ ਦਿੰਦੇ ਨੇ। ਤੋ ਤੁਹਾਡੇ ਲੱਛਣ ਹੀ ਤੁਹਾਨੂੰ ਇਨਸਾਨ ਬਣਾਉਣਗੇ, ਤੁਹਾਡੇ ਲੱਛਣ ਹੀ ਤੁਹਾਨੂੰ ਦੇਵਤਾ ਬਣਾਉਣਗੇ, ਤੁਹਾਡੇ ਲੱਛਣ ਹੀ ਤੁਹਾਨੂੰ ਜਾਨਵਰ ਬਣਾਉਣਗੇ, ਤੁਹਾਡੇ ਲੱਛਣ ਹੀ ਜਿਹੜੇ ਨੇ ਉਹ ਤੁਹਾਨੂੰ ਦੈਂਤ ਬਣਾ ਦੇਣਗੇ। ਮਹਾਰਾਜ ਕਹਿੰਦੇ ਜੇ ਗੁਰੂ ਦੀ ਟੇਕ ਲੈ ਲੋਗੇ ਤੇ ਗੁਰੂ ਕੀ ਕਿਰਪਾ ਕਰਦਾ ਹੈ। ਬਲਿਹਾਰੀ ਗੁਰੇ ਆਪਣੇ ਦੇਹੁ ਆੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਤੁਹਾਡੀ ਸ਼ਖਸੀਅਤ ਨੂੰ ਗੁਰੂ ਘੜ ਦਿੰਦਾ ਹੈ, ਇਤਨੀ ਖੂਬਸੂਰਤ ਬਣਾ ਦਿੰਦਾ ਹੈ ਕਿ ਤੁਸੀਂ ਮਨੁੱਖਾਂ ਤੋਂ ਦੇਵਤੇ ਦੇਵ ਤੁਲ ਹੋ ਜਾਂਦੇ ਹੋ। ਤੁਹਾਡੇ ਕਰਮ ਇੰਨੇ ਆਲੇ ਦਰਜੇ ਦੇ ਹੋ ਜਾਂਦੇ ਨੇ, ਲੱਛਣ ਤੁਹਾਡੇ ਇੰਨੇ ਆਲੇ ਦਰਜੇ ਦੇ ਹੋ ਜਾਂਦੇ ਨੇ ਕਿ ਤੁਹਾਡੀ ਸ਼ਖਸੀਅਤ ਨੂੰ ਚਾਰ ਚੰਦ ਲੱਗ ਜਾਂਦੇ ਨੇ। ਹੁਣ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣੀ ਸ਼ਖਸੀਅਤ ਨੂੰ ਘੜਨਾ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸ਼ਖਸੀਅਤ ਆਲੇ ਦਰਜੇ ਦੀ ਹੋਵੇ, ਚੰਗੀ ਸ਼ਖਸੀਅਤ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ ਦੂਜਿਆਂ ਤੇ। ਬਹੁਤ ਲੋਕ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੋਏ ਹੋਵੋਗੇ, ਚੰਗੇ ਗੁਣਾਂ ਕਰਕੇ। ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਇਤਨੀ ਪ੍ਰਭਾਵਸ਼ਾਲੀ ਹੁੰਦੀ ਹੈ ਕਿ ਹਰੇਕ ਬੰਦਾ ਉਸ ਪ੍ਰਭਾਵ ਨੂੰ ਕਬੂਲ ਕਰਦਾ ਹੈ। ਤੇ ਸ਼ਖਸੀਅਤ ਜਿਹੜੀ ਹੈ ਉਹ ਹੀ ਪਿਆਰਿਓ ਤੁਹਾਨੂੰ ਸਫਲਤਾ ਵੱਲ ਵੀ ਲੈ ਕੇ ਜਾਂਦੀ ਹੈ। ਉਹ ਚਾਹੇ ਸੰਸਾਰ ਦੀ ਸਫਲਤਾ ਦੀ ਗੱਲ ਕਰੀਏ, ਚਾਹੇ ਨਿਰੰਕਾਰ ਦੀ ਗੱਲ ਕਰੀਏ, ਚਾਹੇ ਅਰਥ ਦੀ ਗੱਲ ਕਰ ਲਈਏ, ਚਾਹੇ ਧਰਮ ਦੀ, ਚਾਹੇ ਪਦਾਰਥ ਦੀ ਗੱਲ ਕਰੋ, ਚਾਹੇ ਪਰਮਾਰਥ ਦੀ ਗੱਲ ਕਰ ਲਓ। ਤੁਹਾਡੀ ਸ਼ਖਸੀਅਤ ਜਿਹੜੀ ਹੈ ਉਹ ਤੁਹਾਨੂੰ ਸਫਲ ਵੀ ਬਣਾ ਦਿੰਦੀ ਹੈ, ਅਸਫਲ ਵੀ ਬਣਾ ਦਿੰਦੀ ਹੈ। ਤਾਂ ਚੰਗੀ ਸ਼ਖਸੀਅਤ ਦੇ ਮਾਲਕ ਹੋਣ ਦਾ ਅਰਥ ਇਹ ਹੈ ਕਿ ਤੁਸੀਂ ਸੰਸਾਰ 'ਚ ਸਫਲਤਾ ਪ੍ਰਾਪਤ ਕਰੋਗੇ, ਨਿਰੰਕਾਰ ਦੇ ਦਰ ਤੇ ਵੀ ਤੁਹਾਨੂੰ ਮਾਣ ਮਿਲੇਗਾ। ਗੁਰੂ ਅਰਜਨ ਮਹਾਰਾਜ ਜੀ ਕਹਿੰਦੇ ਕਿ ਇੱਕ ਉਮਦਾ, ਇੱਕ ਚੰਗੀ, ਇੱਕ ਸ੍ਰੇਸ਼ਟ ਸ਼ਖਸੀਅਤ ਵਾਸਤੇ ਪਹਿਲਾ ਲੱਛਣ ਜਿਹੜਾ ਹੈ, ਪਹਿਲਾ ਗੁਣ ਜਿਹੜਾ ਹੈ ਉਹ ਇਹ ਹੋਣਾ ਚਾਹੀਦਾ ਹੈ, ਮੰਤਰੰਗ ਰਾਮ ਰਾਮ ਨਾਮੰਗ। ਇਹ ਪਹਿਲਾ, ਕਿ ਜਿਹੜਾ
ਆਪਣੀ ਸ਼ਖਸੀਅਤ ਨੂੰ ਘੜਨਾ ਚਾਹੁੰਦਾ ਹੈ, ਉਹ ਸਭ ਤੋਂ ਪਹਿਲਾਂ ਆਪਣੇ ਜੀਵਨ 'ਚ ਅਕਾਲ ਪੁਰਖ ਨੂੰ ਲੈ ਕੇ ਆਵੇ, ਪਰਮਾਤਮਾ ਨੂੰ ਲੈ ਕੇ ਆਵੇ, ਪਰਮਾਤਮਾ ਦੀ ਬੰਦਗੀ ਨੂੰ ਲੈ ਕੇ ਆਵੇ, ਭਗਤੀ ਨੂੰ ਲੈ ਕੇ ਆਵੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਕੁਝ ਸਮੇਂ ਦੇ ਲਈ ਰੋਜ਼ਾਨਾ ਉਸ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦੇ ਚਰਨਾਂ 'ਚ ਆਪਣਾ ਧਿਆਨ ਟਿਕਾਣਾ ਹੈ। ਪ੍ਰਮਾਤਮਾ ਦੀ ਸਿਫਤੋ ਸਲਾਹ ਕਰਨੀ ਹੈ, ਘੜੀ ਇਕਾਗਰ ਚਿੱਤ ਹੋ ਕੇ ਬੈਠਣਾ ਹੈ। ਔਰ ਗੁਰਸਿੱਖ ਪਿਆਰਿਓ, ਆਪਣੇ ਆਪ ਬਾਰੇ ਜਾਣਨਾ ਹੋਵੇ ਤੇ ਤੁਹਾਨੂੰ ਕੁਝ ਵਕਤ ਦੇ ਲਈ ਇਕਾਂਤ ਚਾਹੀਦਾ ਹੈ। ਔਰ ਜਿੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਜਾਣ ਨਹੀਂ ਲੈਂਦੇ, ਉਤਨਾ ਸਮਾਂ ਤੁਹਾਡੇ ਜੀਵਨ 'ਚ ਕੋਈ ਤਬਦੀਲੀ ਨਹੀਂ, ਕੋਈ ਬਦਲਾਵ ਨਹੀਂ। ਆਪਣੇ ਆਪ ਨੂੰ ਜਾਣਨ ਤੋਂ ਭਾਵ ਕੀ ਹੈ? ਇਹ ਜਾਣਨਾ ਹੈ ਕਿ ਮੇਰੇ ਅੰਦਰ ਗੁਣ ਕਿੰਨੇ ਨੇ, ਔਗੁਣ ਕਿੰਨੇ ਨੇ, ਖਾਮੀਆਂ ਕਿੰਨੀਆਂ ਨੇ, ਮੇਰੇ 'ਚ ਕੀ ਕੀ ਘਾਟ ਹੈ, ਕਿਹੜੀ ਕਿਹੜੀ ਚੀਜ਼ 'ਤੇ ਮੈਨੂੰ ਕੰਮ ਕਰਨਾ ਚਾਹੀਦਾ ਹੈ। ਔਰ ਇਹ ਤਾਂ ਪਤਾ ਲੱਗਦਾ ਜੇਕਰ ਤੁਹਾਡਾ ਧਿਆਨ ਦੂਜਿਆਂ ਤੋਂ ਹਟੇ ਤੇ ਆਪਣੇ ਤੇ ਟਿਕੇ। ਜੇਕਰ ਸਾਰਾ ਦਿਨ ਧਿਆਨ ਹੀ ਦੂਜਿਆਂ ਤੇ ਰਹਿਣਾ ਹੈ, ਤੁਸੀਂ ਸਾਰਾ ਦਿਨ ਚ ਕੁਝ ਮਿੰਟ ਵੀ ਆਪਣੇ ਲਈ ਖਰਚ ਹੀ ਨਹੀਂ ਕਰਦੇ, ਆਪਣੇ ਆਪ ਤੇ ਥੋੜਾ ਟਾਈਮ ਵੀ ਨਹੀਂ ਤੁਸੀਂ ਸਪੈਂਡ ਕਰਦੇ, ਤਾਂ ਫਿਰ ਇਹਦਾ ਅਰਥ ਕੀ ਹੈ ਕਿ ਤੁਸੀਂ ਸਾਰਾ ਦਿਨ ਦੂਜਿਆਂ ਦੇ ਵੱਲ ਹੀ ਧਿਆਨ ਦੇ ਰਹੇ ਹੋ। ਜੈਸੇ ਤੁਸੀਂ ਕੱਲ ਸੀ ਵੈਸੇ ਅੱਜ ਰਹੋਗੇ, ਜੈਸੇ ਅੱਜ ਹੋ ਵੈਸੇ ਕੱਲ ਰਹੋਗੇ। ਜੈਸੇ ਤੁਸੀਂ 5 ਸਾਲ ਪਹਿਲਾਂ ਸੀ ਅੱਜ ਵੀ ਵੈਸੇ ਹੀ ਹੋ, 5 ਸਾਲ ਬਾਅਦ ਵੀ ਐਸੇ ਹੀ ਰਹੋਗੇ, ਕੋਈ ਤਬਦੀਲੀ ਨਹੀਂ। ਬਦਲਣਾ ਹੈ ਤਾਂ ਤੁਹਾਨੂੰ ਮਹਾਰਾਜ ਕਹਿੰਦੇ ਇਹ ਗੁਣ ਨੂੰ ਵਿਕਸਿਤ ਕਰਨਾ ਪਏਗਾ। ਕਿਹੜਾ ਜੀ? ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਦੂਜਾ ਲੱਛਣ ਮਹਾਰਾਜ ਜੀ ਦੱਸਦੇ ਨੇ, ਪਹਿਲਾ ਕੰਮ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੀ ਇਬਾਦਤ, ਉਹਦਾ ਧਿਆਨ। ਦੂਜਾ ਲੱਛਣ ਦੱਸਦੇ ਨੇ ਗਿਆਨੰਗ ਸਮ ਦੁੱਖ ਸੁਖੰਗ, ਉਹ ਗਿਆਨ ਤੁਹਾਨੂੰ ਹੋਣਾ ਚਾਹੀਦਾ ਹੈ ਜਿਸ ਗਿਆਨ ਦੇ ਜ਼ਰੀਏ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਦੁੱਖ ਤੇ ਸੁੱਖ ਬਰਾਬਰ ਨੇ। ਅਗਰ ਤੁਹਾਡੀਆਂ ਨਜ਼ਰਾਂ 'ਚ ਸੁੱਖ ਦੀ ਕੀਮਤ ਹੈ ਤਾਂ ਤੁਸੀਂ ਕਦੀ ਸੁਖੀ ਨਹੀਂ ਹੋ ਪਾਓਗੇ। ਧਿਆਨ ਨਾਲ ਸੁਣਿਆ ਜੀ। ਅਗਰ ਤੁਹਾਡੀਆਂ ਨਜ਼ਰਾਂ ਦੇ ਅੰਦਰ, ਤੁਹਾਡੀ ਜ਼ਿੰਦਗੀ ਦੇ ਅੰਦਰ ਸੁੱਖ ਦੀ ਕੀਮਤ ਹੈ ਤਾਂ ਤੁਸੀਂ ਕਦੀ ਸੁਖੀ ਨਹੀਂ ਹੋ ਪਾਓਗੇ। ਕਿਉਂ ਐਸਾ ਮੈਂ ਕਹਿ ਰਿਹਾ? ਕਿਉਂਕਿ ਅਗਰ ਸੁੱਖ ਨੂੰ ਤੁਸੀਂ ਅਹਿਮੀਅਤ ਦਿੰਦੇ ਹੋ, ਦੁੱਖ ਤੋਂ ਤੁਸੀਂ ਬਚਣਾ ਚਾਹੋਗੇ। ਫਿਰ ਦੁੱਖ ਤੋਂ ਛੁਟਕਾਰਾ ਚਾਹੀਦਾ ਹੈ। ਦੁੱਖ ਤੋਂ ਬੰਦਾ ਦੌੜਦਾ ਹੈ, ਪਰ ਦੁੱਖ ਛੱਡਦਾ ਕਿੱਥੇ ਹੈ? ਦੁੱਖ ਤੇ ਤੁਹਾਡੇ ਨਾਲ ਨਾਲ ਹੈ। ਕਿਉਂ? ਕਿਉਂਕਿ ਤੁਸੀਂ ਇੱਕ ਚੀਜ਼ ਚਾਹੁੰਦੇ ਹੋ, ਦੂਜੀ ਚਾਹੁੰਦੇ ਕੋਈ ਨਹੀਂ। ਤੁਸੀਂ ਸੁੱਖ ਚਾਹੁੰਦੇ ਹੋ, ਦੁੱਖ ਚਾਹੁੰਦੇ ਕੋਈ ਨਹੀਂ। ਤੁਸੀਂ ਲਾਭ ਚਾਹੁੰਦੇ ਹੋ, ਨੁਕਸਾਨ ਚਾਹੁੰਦੇ ਕੋਈ ਨਹੀਂ। ਤੁਸੀਂ ਜਿੱਤਣਾ ਚਾਹੁੰਦੇ ਹੋ, ਹਾਰਨਾ ਚਾਹੁੰਦੇ ਕੋਈ ਨਹੀਂ। ਮਾਨ ਸਨਮਾਨ ਇੱਜ਼ਤ ਚਾਹੀਦੀ ਹੈ, ਪਰ ਬੇਪਤੀ ਸਹਾਰ ਨਹੀਂ ਸਕਦੇ, ਅਪਮਾਨ ਅਸੀਂ ਸਹਿਣ ਨਹੀਂ ਕਰ ਸਕਦੇ। ਇੱਕ ਚੀਜ਼ ਚਾਹੀਦੀ, ਇੱਕ ਚਾਹੀਦੀ ਕੋਈ ਨਹੀਂ। ਜੇਕਰ ਤੁਹਾਨੂੰ ਇਹ ਗਿਆਨ ਹੋ ਜਾਏ ਕਿ ਦੁੱਖ ਤੇ ਸੁੱਖ ਬਰਾਬਰ ਨੇ, ਤਾਂ ਫਿਰ ਤੁਸੀਂ ਇੱਕ ਨੂੰ ਪਕੜੋਗੇ ਨਹੀਂ, ਦੂਜੇ ਤੋਂ ਭੱਜੋਗੇ ਨਹੀਂ। ਜੇਕਰ ਇਹ ਸਮਝ ਮਿਲ ਜਾਏ ਕਿ ਲਾਭ ਤੇ ਨੁਕਸਾਨ 'ਚ ਕੋਈ ਬਹੁਤਾ ਅੰਤਰਾ ਨਹੀਂ ਹੈ, ਫਿਰ ਤੁਸੀਂ ਇੱਕ ਨੂੰ ਨਹੀਂ ਪਕੜੋਗੇ, ਦੂਜੇ ਤੋਂ ਛੁਟਕਾਰਾ ਨਹੀਂ ਚਾਹੋਗੇ। ਮਹਾਰਾਜ ਕਹਿੰਦੇ ਕਿ ਇਸ ਚੀਜ਼ ਨੂੰ ਆਪਣੇ ਅੰਦਰ ਵਿਕਸਿਤ ਕਰਨਾ, ਇਸ ਗਿਆਨ ਨੂੰ ਆਪਣੇ ਅੰਦਰ ਧਾਰਨ ਕਰਨਾ ਕਿ ਸੁੱਖ ਤੇ ਦੁੱਖ ਸਾਹਮਣੇ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਕਿਰਪਾ ਕਰਕੇ। ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਹਿੰਦੇ ਉਹਦੇ ਲਈ ਕੰਚਨ ਤੇ ਮਿੱਟੀ ਸਮ ਹੈ। ਮਹਾਰਾਜ ਕਹਿੰਦੇ ਦੂਜੀ ਚੀਜ਼ ਆਪਣੇ ਅੰਦਰ ਇਹ ਲੈ ਕੇ ਆਉਣੀ ਹੈ। ਜੇਕਰ ਤੁਸੀਂ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਬਣਨਾ ਚਾਹੁੰਦੇ ਹੋ,
ਤਾਂ ਦੂਜੀ ਚੀਜ਼ ਤੁਹਾਡੇ 'ਚ ਹੋਣੀ ਚਾਹੀਦੀ ਹੈ ਗਿਆਨੰ ਸਮ ਦੁੱਖ ਸੁੱਖ। ਇਹ ਗਿਆਨ ਕਿ ਦੁੱਖ ਤੇ ਸੁੱਖ ਇੱਕ ਬਰਾਬਰ ਹੈ। ਜੁਗਤ ਨਿਰਮਲ ਨਿਰਵੈਰ ਨਹਿ, ਐਸੀ ਜੁਗਤੀ ਦੇ ਧਾਰਨੀ ਹੋਣਾ ਜਿੱਥੇ ਤੁਹਾਡੇ ਅੰਦਰ ਨਿਰਵੈਰ ਭਾਵ ਹੋਵੇ, ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਦੁਸ਼ਮਣ ਨਹੀਂ, ਕੋਈ ਵੈਰੀ ਨਹੀਂ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਕੋਈ ਵੈਰੀ ਨਹੀਂ। ਮਿੱਤਰ ਰੱਖੋਗੇ ਤੇ ਫਿਰ ਵੈਰੀ ਹੋਣਗੇ। ਤੇ ਜੇਕਰ ਤੁਸੀਂ ਸਮ ਕਰ ਲੈਂਦੇ ਹੋ, ਤੁਹਾਡੇ ਲਈ ਕੋਈ ਮਿੱਤਰ ਨਹੀਂ, ਕੋਈ ਦੁਸ਼ਮਣ ਨਹੀਂ। ਸਭ ਨੂੰ ਤੁਸੀਂ ਇੱਕੋ ਢੰਗ ਨਾਲ, ਇੱਕੋ ਅੱਖ ਨਾਲ ਦੇਖਦੇ ਹੋ। ਗੁਰਦੇਵ ਕਹਿੰਦੇ ਕਿ ਐਸੀ ਨਿਰਮਲ ਜੁਗਤ ਦੇ ਧਾਰਨੀ ਹੋਣਾ, ਆਪਣੇ ਹਿਰਦੇ ਨੂੰ ਇਤਨਾ ਪਵਿੱਤਰ ਰੱਖਣਾ ਜਿੱਥੇ ਵੈਰ ਲਈ ਕੋਈ ਜਗ੍ਹਾ ਨਹੀਂ, ਜਿੱਥੇ ਦਵੈਸ਼ ਲਈ ਕੋਈ ਜਗ੍ਹਾ ਨਹੀਂ, ਜਿੱਥੇ ਈਰਸ਼ਾ ਲਈ ਕੋਈ ਜਗ੍ਹਾ ਨਹੀਂ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਆਪਣੇ ਅੰਦਰ ਨੂੰ, ਆਪਣੇ ਹਿਰਦੇ ਨੂੰ ਨਿਰਮਲ ਕਰਨਾ, ਇਹ ਤੁਹਾਡੀ ਸ਼ਖਸੀਅਤ ਨੂੰ ਔਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਏਗਾ ਅਗਰ ਤੁਸੀਂ ਆਪਣੇ ਹਿਰਦੇ ਨੂੰ ਪਵਿੱਤਰ ਰੱਖਦੇ ਹੋ। ਕਿਉਂਕਿ ਜੋ ਤੁਹਾਡੇ ਅੰਦਰ ਹੈ ਨਾ ਪਿਆਰਿਓ, ਉਹਨੇ ਤੁਹਾਡੇ ਤੇ ਅਸਰ ਕਰਨਾ ਹੈ। ਜਿਹੜਾ ਪ੍ਰਸ਼ਾਦਾ ਤੁਸੀਂ ਛਕਿਆ ਉਹਨੇ ਤੁਹਾਡੇ ਤੇ ਅਸਰ ਕਰਨਾ ਨਾ। ਇਹ ਤੇ ਨਹੀਂ ਵੀ ਮੈਂ ਪ੍ਰਸ਼ਾਦਾ ਛਕਦਾ ਤੇ ਉਹ ਪ੍ਰਸ਼ਾਦੇ ਦਾ ਅਸਰ ਮੇਰੇ ਪੁੱਤਰ ਤੇ ਹੋ ਰਿਹਾ, ਜਾਂ ਮੇਰੇ ਭਰਾ ਤੇ ਹੋ ਰਿਹਾ, ਜਾਂ ਮੇਰੇ ਪਿਤਾ ਤੇ ਹੋ ਰਿਹਾ। ਛਕਿਆ ਮੈਂ ਹੈ ਤੇ ਇਹਦਾ ਅਰਥ ਹੈ ਅਸਰ ਉਹਨੇ ਮੇਰੇ ਤੇ ਕਰਨਾ ਹੈ। ਜਿਹੜੀ ਦਵਾਈ ਮੈਂ ਖਾਧੀ ਉਹਦੇ ਨਾਲ ਠੀਕ ਮੈਂ ਹੀ ਹੋਣਾ, ਦੂਜੇ ਤੀਜੇ ਦੇ ਤੇ ਨਹੀਂ ਹੋਣਾ। ਅਗਰ ਪਾਣੀ ਮੈਂ ਪੀਤਾ ਤੇ ਪਿਆਸ ਮੇਰੀ ਹੀ ਬੁੱਝਣੀ ਹੈ ਨਾ। ਇਸੇ ਤਰ੍ਹਾਂ ਗੁਰਮੁਖ ਜਣੋ, ਇਹ ਗੱਲ ਨੂੰ ਚੇਤੇ ਰੱਖੋ, ਇਸ ਚੀਜ਼ ਨੂੰ ਖਿਆਲ 'ਚ ਲੈ ਲਓ। ਈਰਸ਼ਾ ਅਗਰ ਤੁਸੀਂ ਆਪਣੇ ਅੰਦਰ ਰੱਖੀ ਹੋਈ ਹੈ ਨਾ, ਦਵੈਸ਼ ਆਪਣੇ ਅੰਦਰ ਰੱਖਿਆ ਹੋਇਆ ਹੈ, ਨਫ਼ਰਤ ਆਪਣੇ ਅੰਦਰ ਰੱਖੀ ਹੋਈ ਹੈ, ਤੇ ਇਹਦਾ ਅਸਰ ਤੁਹਾਡੇ ਤੇ ਹੋਣਾ ਹੈ, ਕਿਸੇ ਦੂਜੇ ਤੀਜੇ ਤੇ ਥੋੜ੍ਹਾ ਹੋਣਾ। ਪ੍ਰੇਮ ਤੁਸੀਂ ਆਪਣੇ ਅੰਦਰ ਰੱਖਿਆ ਹੈ ਤਾਂ ਇਹਦਾ ਅਸਰ ਵੀ ਤੁਹਾਡੇ ਤੇ ਹੋਣਾ, ਦੂਜੇ ਤੇ ਨਹੀਂ ਹੋਣਾ। ਜਿਹੜੀ ਚੀਜ਼ ਤੁਸੀਂ ਆਪਣੇ ਅੰਦਰ ਰੱਖ ਕੇ ਸੰਭਾਲ ਕੇ ਬੈਠੇ ਹੋਏ ਹੋ, ਉਹਦਾ ਅਸਰ ਤੁਹਾਡੇ ਤੇ ਹੋਣਾ ਹੈ। ਮਹਾਰਾਜ ਕਹਿੰਦੇ ਅਗਰ ਆਪਣੀ ਸ਼ਖਸੀਅਤ ਨੂੰ ਔਰ ਉਮਦਾ ਤੇ ਚੰਗੀ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਜ਼ਰੂਰੀ ਹੈ ਆਪਣੇ ਹਿਰਦੇ ਨੂੰ ਪਵਿੱਤਰ ਕਰੋ। ਦਇਆਲੰ ਸਰਬੱਤਰ ਜੀਆਂ, ਪੰਚ ਦੋਖ ਵਿਵਰਜਤ ਹੈ। ਤੀਜਾ ਮਹਾਰਾਜ ਜੀ ਕਹਿੰਦੇ ਕਿ ਸਾਰੇ ਜੀਆਂ ਤੇ ਦਇਆ ਦਾ ਭਾਵ ਰੱਖਣਾ। ਸ਼ੁਰੂਆਤ ਆਪਣੇ ਆਪ ਤੋਂ ਕਰੋ, ਆਪਣੇ ਆਪ ਤੇ ਥੋੜੀ ਦਇਆ ਕਰੋ। ਹੁਣ ਤੁਸੀਂ ਕਹੋਗੇ ਜੀ ਅਸੀਂ ਤੇ ਆਪਣੇ ਤੇ ਦਇਆਵਾਨ ਹੀ ਹੁੰਦੇ ਆ, ਦੂਜਿਆਂ ਤੇ ਬੇਸ਼ੱਕ ਦਇਆਵਾਨ ਨਾ ਹੋਵੇ, ਪਰ ਅਸੀਂ ਆਪਣੇ ਤੇ ਦਇਆ ਕਿੱਥੇ ਕਰਦੇ ਹਾਂ? ਆ ਸਾਡਾ ਜੀਓ ਹੈ, ਇਹਨੂੰ ਅਸੀਂ ਤਪਾਉਂਦੇ ਰਹਿੰਦੇ ਹਾਂ, ਤੇ ਈਰਸ਼ਾ 'ਚ, ਕਿਤੇ ਦਵੈਸ਼ 'ਚ, ਕਿਤੇ ਨਫ਼ਰਤ 'ਚ, ਸਾਰਾ ਦਿਨ ਇਹਨੂੰ ਸਾੜਦੇ ਹਾਂ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ। ਆਪਣੇ ਤੇ ਦਇਆ ਕਰੋ, ਫਿਰ ਜਿਹੜੇ ਨਾਲ ਨੇ ਤੁਹਾਡੇ ਉਹਨਾਂ ਤੇ ਵੀ ਦਇਆ ਕਰੋ। ਮਹਾਰਾਜ ਕਹਿੰਦੇ ਸਾਰੇ ਜੀਆਂ ਤੇ ਦਇਆਲੰ ਸਰਬੱਤਰ ਜੀਆਂ। ਪੰਜ ਦੋਖ, ਆ ਜਿਹੜੇ ਪੰਜ ਨੇ ਇਹਨਾਂ ਨੂੰ ਛੱਡ ਦੇਣਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਸ਼ਾ, ਦਵੈਸ਼, ਭਾਵਨਾ, ਇਹਨਾਂ ਤੋਂ ਨਿਜਾਤ ਪਾ ਲੈਣੀ ਹੈ। ਭੋਜਨ ਗੋਪਾਲ ਕੀਰਤਨੈ, ਖੁਰਾਕ ਕਿਹੜੀ ਲੈਣੀ ਹੈ ਆਤਮਾ ਦੇ ਲਈ? ਮਹਾਰਾਜ ਕਹਿੰਦੇ ਭੋਜਨ ਹੋਣਾ ਚਾਹੀਦਾ ਤੁਹਾਡਾ ਪਰਮਾਤਮਾ ਦਾ ਕੀਰਤਨ। ਭੋਜਨ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤ ਹੈ। ਨਿਰਲੇਪ ਰਹਿਣਾ ਹੈ, ਜਿਵੇਂ ਜਲ ਦੇ ਅੰਦਰ ਕਮਲ ਰਹਿੰਦਾ ਹੈ। ਜਿਵੇਂ ਆਮ ਰੁੱਖਾਂ 'ਚ ਚੰਦਨ ਪੈਦਾ ਹੁੰਦਾ ਹੈ, ਪਰ ਚੰਦਨ ਅਲੱਦੇ ਹੈ, ਉਹਦੀ ਪਹਿਚਾਣ ਵੱਖਰੀ ਹੈ। ਆਮ ਪੱਥਰਾਂ 'ਚ ਪਾਰਸ ਹੈ, ਪਰ ਉਹਦੀ ਪਹਿਚਾਣ ਵੱਖਰੀ ਹੈ। ਆਮ ਪੱਥਰਾਂ 'ਚ, ਆਮ ਕੋਲੇ 'ਚ ਹੀਰਾ ਪੈਦਾ ਹੁੰਦਾ ਹੈ, ਪਰ ਉਹਦੀ ਪਹਿਚਾਣ ਵੱਖਰੀ ਹੈ।
ਕਮਲ ਚਿੱਕੜ 'ਚ ਹੀ ਹੈ ਪਰ ਚਿੱਕੜ ਤੋਂ ਅਲੱਗਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਰਹਿਣਾ ਤੁਸੀਂ ਸਮਾਜ ਵਿੱਚ ਹੀ ਹੈ, ਸੰਸਾਰ ਵਿੱਚ ਹੀ ਹੈ, ਪਰਿਵਾਰ ਵਿੱਚ ਹੀ ਹੈ। ਤੁਹਾਡੇ ਚਾਰ ਸਪੇਰੇ ਚੰਗੇ ਵੀ ਹੋਣਗੇ ਲੋਕ, ਬੁਰੇ ਵੀ ਹੋਣਗੇ, ਮਾੜੇ ਵੀ ਹੋਣਗੇ, ਖੋਟੇ ਵੀ ਹੋਣਗੇ, ਭਲੇ ਵੀ ਹੋਣਗੇ। ਰਹਿਣਾ ਇਹਨਾਂ 'ਚ ਹੀ ਹੈ, ਪਰ ਤੁਸੀਂ ਆਪਣੇ ਆਪ ਨੂੰ ਨਿਰਲੇਪ ਰੱਖਣਾ ਹੈ। ਨਿਰਲੇਪ ਰੱਖਣ ਦੀ ਜੁਗਤ ਜਦੋਂ ਤੁਹਾਡੇ ਕੋਲ ਹੋਵੇਗੀ, ਤੁਹਾਡੀ ਸ਼ਖਸੀਅਤ ਔਰ ਜ਼ਿਆਦਾ ਵਧੀਆ ਹੋਏਗੀ। ਉਪਦੇਸ਼ੰ ਸਮ ਮਿੱਤਰ ਸਤਰਹਿ ਭਗਵੰਤ ਭਗਤ ਪਾਵਨ। ਫਿਰ ਮਹਾਰਾਜ ਜੀ ਉਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਇਸ ਉਪਦੇਸ਼ ਵੱਲ ਧਿਆਨ ਦੇਣਾ ਹੈ ਕਿ ਮਿੱਤਰ ਤੇ ਸੱਤਰ ਸਮਾਨ ਹੈ। ਮਿੱਤਰ ਸੱਤਰ ਸਮਾਨ ਦਾ ਅਰਥ ਕੀ ਹੈ? ਕੋਈ ਮਿੱਤਰ ਨਹੀਂ, ਕੋਈ ਦੁਸ਼ਮਣ ਨਹੀਂ। ਅਗਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਤੇ ਇਹਦਾ ਅਰਥ ਹੈ ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋਵੋਗੇ। ਅਗਰ ਤੁਹਾਡਾ ਕੋਈ ਮਿੱਤਰ ਹੈ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੇਰਾ ਕੋਈ ਦੁਸ਼ਮਣ ਵੀ ਹੈ। ਮਹਾਰਾਜ ਕਹਿੰਦੇ ਸਮ, ਬਰਾਬਰ। ਤੁਹਾਡੇ ਲਈ ਕੋਈ ਮਾੜਾ ਨਹੀਂ, ਤੁਹਾਡੇ ਲਈ ਕੋਈ ਬੁਰਾ ਨਹੀਂ, ਤੁਹਾਡੇ ਲਈ ਕੋਈ ਭਲਾ ਨਹੀਂ, ਕੋਈ ਬੁਰਾ ਨਹੀਂ, ਸਮ ਦ੍ਰਿਸ਼ਟੀ। ਮਿੱਤਰ ਤੇ ਸੱਤਰ ਨੂੰ ਇੱਕੋ ਜਿਹਾ ਜਾਣਨਾ ਹੈ। ਪਰ ਨਿੰਦਾ ਨਹਿ ਸਰੋਤ ਸੁਣਾਂਗਾ। ਆਪਣੇ ਕੰਨਾਂ ਨਾਲ ਪਰਾਈ ਨਿੰਦਾ ਨਹੀਂ ਸੁਣਨੀ, ਨਿੰਦਿਆ ਨਹੀਂ ਸੁਣਨੀ। ਸਮਾਂ ਬਰਬਾਦ ਕਰੋਗੇ। ਦੂਜੇ ਨੰਬਰ ਤੇ ਆਪਣੇ ਆਪ ਨੂੰ ਗਲੀਚ ਵਿਚਾਰਾਂ ਨਾਲ ਭਰੋਗੇ। ਇੱਕ ਦਿਨ ਮੈਂ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਆਪਣੇ ਆਪ ਨੂੰ ਡਸਟਬਿਨ ਨਹੀਂ ਬਣਾਉਣਾ ਕਿ ਜਿਹੜਾ ਆਵੇ ਉਹੀ ਕੂੜਾ ਸੁੱਟ ਕੇ ਤੁਹਾਡੇ ਚੱਲਦਾ ਬਣੇ। ਜਦੋਂ ਤੁਸੀਂ ਨਿੰਦਾ ਸੁਣਦੇ ਹੋ ਇਹਦਾ ਅਰਥ ਹੈ ਉਹ ਬੰਦਾ ਤੁਹਾਡੇ ਅੰਦਰ ਕੂੜਾ ਸਿੱਟਦਾ ਪਿਆ। ਤੁਸੀਂ ਡਸਟਬਿਨ ਬਣ ਗਏ, ਤੁਸੀਂ ਕੂੜਾਦਾਨ ਬਣ ਗਏ। ਉਹਨੇ ਤੁਹਾਨੂੰ ਇੱਧਰ ਉੱਧਰ ਦੀਆਂ ਜੋ ਮਾੜੀਆਂ ਖੋਟੀਆਂ ਨੇ ਲਿਆ ਕੇ ਤੁਹਾਡੇ 'ਚ ਭਰ ਦੇਣੀਆਂ ਨੇ। ਇਸ ਕਰਕੇ ਨਿੰਦਾ ਨਹੀਂ ਸੁਣਨੀ, ਨਾ ਸੁਣਨੀ ਹੈ ਨਾ ਕਰਨੀ ਹੈ। ਮਹਾਰਾਜ ਕਹਿੰਦੇ ਗੁਰਮੁਖ ਨਿੰਦਾ ਕਰਦਾ ਨਹੀਂ, ਗੁਰਮੁਖ ਨਿੰਦਾ ਸੁਣਦਾ ਨਹੀਂ। ਕਹਿੰਦੇ ਜਿਹੜਾ ਆਪਣੀ ਸ਼ਖਸੀਅਤ ਨੂੰ ਉੱਤਮ ਬਣਾਉਣਾ ਚਾਹੁੰਦਾ ਹੈ ਉਹ ਨਿੰਦਾ ਨਹੀਂ ਸੁਣਦਾ, ਨਹੀਂ ਕਰਦਾ। ਆਪ ਤਿਆਗ ਸਗਲ ਰੇਨੁ ਕਹੈ। ਆਪ ਤਿਆਗ ਦਾ ਭਾਵ ਹੈ ਆਪਣਾ ਆਪਾ ਤਿਆਗ ਕੇ, ਆਪਣੀ ਹਉਮੈ ਨੂੰ ਤਿਆਗ ਕੇ, ਹੰਕਾਰ ਨੂੰ ਤਿਆਗ ਕੇ ਨਿਮਰਤਾ ਭਾਵ ਵਿੱਚ ਰਹਿੰਦਾ ਹੈ। ਜਿਵੇਂ ਜਿਵੇਂ ਰੁੱਖ ਫਲਾਂ ਨਾਲ ਭਰਦਾ ਹੈ ਤਿਵੇਂ ਤਿਵੇਂ ਉਹ ਝੁਕਦਾ ਹੈ। ਜਿਵੇਂ ਜਿਵੇਂ ਤੁਸੀਂ ਘੜੇ ਨੂੰ ਭਰਦੇ ਜਾਂਦੇ ਹੋ, ਤੁਸੀਂ ਘੜੇ ਨੂੰ ਟਣਕਾਓ, ਆਵਾਜ਼ ਨਹੀਂ ਆਏਗੀ। ਖਾਲੀ ਟਣਕਾਓਗੇ, ਟਣਕੇਗਾ। ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਤਾਂ ਕਬੂ ਨਾ ਡੋਲੇ। ਮਹਾਰਾਜ ਕਹਿੰਦੇ ਕਿ ਤੁਸੀਂ ਭਰੇ ਹੋਏ ਹੋ। ਹੰਕਾਰ ਕਿਸੇ ਚੀਜ਼ ਦਾ ਨਹੀਂ, ਹਉਮੈ ਕਿਸੇ ਚੀਜ਼ ਦੀ ਨਹੀਂ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਅਨ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਹੰਕਾਰ ਸਾਰੀਆਂ ਬਿਮਾਰੀਆਂ ਦੀ ਜੜ ਹੈ। ਜਿੰਨੇ ਔਗਣ ਨੇ ਸਾਰੇ ਔਗਣਾਂ ਨੂੰ ਇਕੱਠਾ ਕਰਕੇ ਜੇਕਰ ਤੁਸੀਂ ਰਿੜਕਦੇ ਹੋ ਨਾ ਤੇ ਤੱਤਸਾਰ ਜਿਹੜਾ ਨਿਕਲੇਗਾ ਉਹ ਹੰਕਾਰ ਹੁੰਦਾ ਹੈ। ਜਿੰਨੇ ਗੁਣ ਨੇ ਜੇਕਰ ਸਾਰਿਆਂ ਨੂੰ ਤੁਸੀਂ ਇਕੱਠਾ ਕਰ ਲੈਂਦੇ ਹੋ ਤੇ ਮੱਥਦੇ ਹੋ, ਰਿੜਕਦੇ ਹੋ, ਤੱਤਸਾਰ ਨਿਮਰਤਾ ਹੁੰਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਆਪ ਤਿਆਗ ਸਗਲ ਰੇਣੂ ਕਹੈ। ਆਪਣੇ ਆਪ ਨੂੰ ਤਿਆਗਣਾ, ਆਪਣੇ ਹਉਮੈ ਨੂੰ ਤਿਆਗਣਾ। ਖਟ ਲਖਣ ਪੂਰਨ ਪੁਰਖ ਹੈ। ਮਹਾਰਾਜ ਕਹਿੰਦੇ ਖਟ 6 ਲੱਛਣ ਜਿਹੜੇ ਨੇ ਮਹਾਰਾਜ ਨੇ ਦੱਸੇ ਆ ਉੱਪਰ ਵਾਲੇ, ਜਿਹੜੇ ਤੁਸੀਂ ਇੱਕ ਇੱਕ ਕਰਕੇ ਸਰਵਣ ਕੀਤੇ ਨੇ। ਮਹਾਰਾਜ ਕਹਿੰਦੇ ਪੂਰਨ ਵਿਅਕਤੀ ਦੇ ਨੇ ਇਹ ਲੱਛਣ ਜਿਹੜੇ ਨੇ ਤੁਹਾਨੂੰ ਮਿਲਣਗੇ। ਨਾਨਕ ਨਾਮ ਸਾਧ ਸਵੱਜਣ ਹੈ। ਉਹਨੂੰ ਸਾਧੂ ਕਹਿ ਸਕਦੇ ਹੋ ਤੁਸੀਂ, ਉਹਨੇ ਸਾਧ ਲਿਆ ਆਪਣੇ ਆਪ, ਉਹਨੂੰ ਪੂਰਨ ਪੁਰਖ ਕਹਿ ਸਕਦੇ ਹੋ। ਉਹ ਇੱਕ ਪੂਰਨ ਸ਼ਖਸੀਅਤ ਦਾ ਮਾਲਕ ਬਣ ਗਿਆ ਹੈ, ਆਲੇ ਦਰਜੇ ਦੀ ਸ਼ਖਸੀਅਤ ਦਾ ਮਾਲਕ ਬਣ ਗਿਆ। ਤੋ ਜੇਕਰ ਪਿਆਰਿਓ ਅਸੀਂ ਚਾਹੁੰਦੇ ਹਾਂ ਕਿ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਅਸੀਂ ਬਣੀਏ, ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਬਣੀਏ, ਤੋ
ਬਦਲਾਵ ਕਰਨਾ ਪਏਗਾ। ਕੁਝ ਐਸੇ ਲੱਛਣ ਨੇ ਜਿਨ੍ਹਾਂ ਨੂੰ ਤਿਆਗਣਾ ਪੈਣਾ ਹੈ, ਕੁਝ ਐਸੇ ਨੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ ਹੈ। ਸਾਡੇ ਜਿਹੜੇ ਲੱਛਣ ਨੇ ਉਹ ਸਾਨੂੰ ਜਾਨਵਰਾਂ ਤੋਂ ਅਲੱਗਾ ਕਰਦੇ ਨੇ, ਹੋਰਨਾਂ ਤੋਂ ਅਲੱਗਾ ਕਰਦੇ ਨੇ। ਸਾਡੀ ਸ਼ਖਸੀਅਤ ਸਾਨੂੰ ਹੋਰਨਾਂ ਤੋਂ ਅਲੱਗ ਕਰਦੀ ਹੈ, ਅਲੱਗ ਕਰਦੀ ਹੈ। ਤੋ